जाको हर रंग लागो इस जुग में, हर रंग लागो इस जुग में। सो कहियत है सूरा, जाको हर रंग लागो इस जुग में, हर रंग लागो इस जुग में। सो कहियत है सूरा, सो कहियत है सूरा। जाको हर रंग लागो इस जुग में, हर रंग लागो इस जुग में। सो कहियत है सूरा, सो कहियत है सूरा। आत्म जिणे सगल वसता कै, आत्म जिणे सगल वसता कै। जाका सत गुर पूरा, जाका सत गुर पूरा। ठाकुर गाये आत्म रंग, गाये आत्म रंग। ठाकुर गाये आत्म रंग, गाये आत्म रंग, गाये आत्म रंग। शरणी पावन नाम त्यावन, शरणी पावन नाम त्यावन। सहज समावन संग, सहज समावन संग। जाको हर रंग लागो इस जुग में, हर रंग लागो इस जुग में। सो कहियत है सूरा, सो कहियत है। जाको हर रंग लागो इस जुग में, हर रंग लागो इस जुग में। सो कहियत है सूरा,
सो कहियत है सूरा। जन के चरण वसै मेरे हियर, जन के चरण वसै मेरे हियर, संग पुनीता दे। जन के चरण वसै मेरे हियर, जन के चरण वसै मेरे हियर, संग पुनीता देहि, संग पुनीता देहि। जन की तूर देओ कृपा निध, जन की तूर देहो कृपा निध, नानक कै सुख एही, नानक कै सुख एही। जाको हर रंग लागो इस युग में, हर रंग लागो इस युग में, सो कहियत है सूरा, सो कहियत जाको हर रंग लागो इस युग में, हर रंग लागो इस युग में, सो कहियत है सूरा, सो कहियत। आत्म जिणे सगल वसता के, आत्म जिणे सगल वसता के, जाका सत गुर पूरा, जाका सत गुर पूरा, ठाकुर गाये आत्म रंग, ठाकुर गाये आत्म रंग, गाये आत्म रंग, गाये आत्म रंग। शरणी पावन शरणी पावन नाम त्यावन, सहज समावन संग, सहज समावन संग। जाको
हर रंग लागो इस युग में, हर रंग लागो इस युग में, सो कहियत है सूरा, सो कहियत है सूरा। जाको हर रंग लागो इस युग में, हर रंग लागो इस युग में, सो कहियत है सूरा, सो कहियत है सूरा, सो कहियत है सूरा। ठाकुर गाइए आत्म शरणी पावन, नाम ते आवन, सहज समावन, संग रहा। प्यारी साध संगत जी, जो असी शब्द गायन किया, इस दी बाणी दी ਬਣਤਰ ਤਨਾਸਰੀ ਮਹਿਲਾ ਪੰਜਵਾਂ ਤਨਾਸਰੀ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਇਹ ਸ਼ਬਦ ਹੈ। 679 ਭਾਵ 679 ਅੰਗ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਸੁਸ਼ੋਭਿਤ ਹੈ। ਅਸੀਂ ਸਭ ਜਾਣਦੇ ਹਾਂ ਕਿ ਜੋ ਬਾਣੀ ਅਸੀਂ ਪੜ੍ਹਦੇ ਹਾਂ ਇਹਦੀ ਬਣਤਰ ਦਾ ਢੰਗ ਕੀ ਹੈ। ਭਾਵੇਂ ਅਸੀਂ ਸਭ ਜਾਣਦੇ ਹਾਂ, ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਪ੍ਰੋਗਰਾਮ ਵਿੱਚ ਬਣਤਰ ਨੂੰ ਜ਼ਰੂਰ ਵਿਚਾਰਿਆ ਕਰੀਏ। ਬਣਤਰ ਵਿਚਾਰਨ ਨਾਲ ਸਾਡਾ ਸ਼ੌਂਕ ਵੱਧਦਾ ਹੈ ਬਾਣੀ ਨੂੰ ਖੋਜਣ ਦਾ, ਔਰ ਸਾਨੂੰ ਬਾਣੀ 'ਚੋਂ ਰਤਨ ਜਵਾਹਰ ਮਾਣਿਕ ਵਰਗੀ ਮੱਤ ਮਿਲਦੀ ਹੈ। ਬਹੁਤ ਸਾਰੇ ਨਵੇਂ ਮੈਸੇਜਿਸ ਮਿਲਦੇ ਨੇ। ਸਾਨੂੰ ਕਈ ਵਾਰੀ ਭੁਲੇਖਾ ਹੁੰਦਾ ਮੈਨੂੰ ਸਭ ਕੁਝ ਪਤਾ ਹੈ, ਲੇਕਿਨ ਜਿਉਂ ਬਾਣੀ ਦੀ ਬਣਤਰ, ਗ੍ਰਾਮਰ, ਬਾਣੀ ਦੇ ਸ਼ੁੱਧ ਉਚਾਰਨ, ਬਾਣੀ ਦਾ ਰਹਾਓ ਅਸੀਂ ਕਿਸੇ ਤਰੀਕੇ ਨਾਲ ਦੇਖਦੇ ਹਾਂ ਤਾਂ ਬਹੁਤ ਕੁਛ ਨਵਾਂ ਇਸ ਸਾਗਰ ਰਤਨੀ ਭਰਪੂਰੇ 'ਚੋਂ ਸਾਨੂੰ ਮਿਲਦਾ ਹੈ। ਇਸ ਕਰਕੇ ਬਾਣੀ ਦੀ ਬਣਤਰ ਵਿੱਚ ਅਸੀਂ ਇਹ ਜਾਣਦੇ ਹਾਂ ਕਿ ਕਈ ਸ਼ਬਦ ਵਾਰਾਂ ਦੇ ਹੁੰਦੇ ਨੇ ਤਾਂ ਉਹਨਾਂ ਵਿੱਚ ਸ਼ਲੋਕ ਦੇ ਨਾਲ ਪੌੜੀਆਂ ਹੁੰਦੀਆਂ ਨੇ, ਉਹਨਾਂ ਵਿੱਚ ਰਹਾਓ ਨਹੀਂ ਹੁੰਦਾ। ਕਈ ਸ਼ਬਦ ਛੰਤ ਦੇ ਟਾਈਪ ਦੇ ਹੁੰਦੇ ਨੇ, ਉਹਨਾਂ ਦੀ ਪਹਿਲੀ ਔਰ ਆਖਰੀ ਪੰਕਤੀ ਰਹਾਓ ਵਾਂਗੂ ਵਿਚਾਰੀਦਾ ਹੈ। ਜਿਹੜੀਆਂ ਵਾਰਾਂ ਹੁੰਦੀਆਂ ਉਹਨਾਂ ਦੀ ਪੌੜੀ ਦੀ ਆਖਰੀ ਪੰਕਤੀ ਉਹਦਾ ਰਹਾਓ ਵਾਂਗੂ ਮੈਸੇਜ ਹੁੰਦਾ ਹੈ, ਅਤੇ ਬਾਕੀ ਜਿਹੜੇ ਸ਼ਬਦ ਰਹਾਓ ਵਾਲੇ ਹੁੰਦੇ ਨੇ ਉਹਨਾਂ ਵਿੱਚ ਰਹਾਓ ਵਿੱਚ ਸਾਰੇ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ। ਸੈਂਟਰਲ ਆਈਡੀਆ ਸਭ ਤੋਂ ਪਹਿਲਾਂ ਸਾਨੂੰ ਵਿਚਾਰਨਾ ਹੁੰਦਾ। ਸੈਂਟਰਲ ਆਈਡੀਆ ਮਤਲਬ ਇਹ ਸਾਰਾ ਸ਼ਬਦ ਇੱਕ ਖਾਸ ਵਿਚਾਰ, ਇੱਕ ਖਾਸ ਤੇਰੇ ਸਾਈਕੋਲੋਜੀਕਲੀ ਤੇਰੇ ਮੂਡ ਨੂੰ ਫਿਕਸ ਅਪ ਕਰਨ ਵਾਸਤੇ ਹੈ, ਉਹ ਰਹਾਓ 'ਚ ਲਿਖਿਆ ਗਿਆ। ਜਦੋਂ ਅਸੀਂ ਰਹਾਓ ਨੂੰ ਵਿਚਾਰਦੇ ਹਾਂ ਤਾਂ ਬਾਕੀ ਸਾਰਾ ਸ਼ਬਦ ਵੀ ਸਮਝਣਾ ਥੋੜ੍ਹਾ ਸਾਡੇ ਵਾਸਤੇ ਆਸਾਨ ਹੋ ਜਾਂਦਾ ਹੈ। ਮੇਰੇ ਸਮੇਤ ਕੋਈ ਕਲੇਮ ਨਹੀਂ ਕਰ ਸਕਦਾ ਕਿ ਮੈਨੂੰ ਸਾਰੀ ਬਾਣੀ ਸਮਝ ਆ ਗਈ ਹੈ। ਕੋਈ ਕਲੇਮ ਨਹੀਂ ਕਰ ਸਕਦਾ ਕਿ ਮੈਨੂੰ ਫਾਈਨਲ ਅਰਥ ਸਮਝ ਆ ਗਏ ਨੇ। ਪਰ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਜੇ ਮੈਨੂੰ ਇਹਦੇ 'ਚੋਂ ਕੁਝ ਸਮਝ ਆਇਆ ਤਾਂ ਮੈਂ ਇਹ ਸਮਝਣਾ ਹੈ ਕਿ ਮੇਰਾ ਅਵਗੁਣ ਕੀ ਹੈ, ਮੇਰੇ ਉੱਤੇ ਜਮਾ ਵਾਲੀ ਬੁੱਧੀ, ਡੀਮਨ ਥਾਟਸ ਦੇ ਐਕਸ਼ਨਸ ਵਾਲੀ ਸੋਚ ਕਿਸ ਤਰ੍ਹਾਂ ਕੰਮ ਕਰਦੀ ਹੈ, ਮੇਰੀ ਹੈਬਿਟ, ਮੇਰਾ ਸੁਭਾਅ ਕਿਸ ਤਰ੍ਹਾਂ ਵਿਗੜ ਜਾਂਦਾ ਹੈ। ਦੁਨੀਆ ਵਿੱਚ ਬਜ਼ੁਰਗਾਂ ਵੱਲੋਂ ਬੱਚਿਆਂ ਨੂੰ ਜਾਂ ਬੱਚਿਆਂ ਵੱਲੋਂ ਮਾਂ ਪਿਓ ਨੂੰ ਕਹਿਣਾ ਬੜਾ ਆਸਾਨ ਹੈ ਕਿ ਤੁਸੀਂ ਇੱਥੋਂ ਗਲਤ ਹੋ, ਇੱਥੋਂ ਗਲਤ ਹੋ,
ਤੁਹਾਡੀ ਇਹ ਵਾਲੀ ਆਦਤ ਮੈਨੂੰ ਨਹੀਂ ਪਸੰਦ। ਦਿਸ ਇਜ਼ ਵੈਰੀ ਈਜ਼ੀ ਟੂ ਸੇ ਤੇਰੀ ਇਹ ਆਦਤ ਨਹੀਂ ਪਸੰਦ, ਤੁਹਾਡੀ ਇਹ ਆਦਤ ਨਹੀਂ ਪਸੰਦ, ਲੇਕਿਨ ਦਿਸ ਇਜ਼ ਵੈਰੀ ਡਿਫਿਕਲਟ ਕਿ ਮੈਂ ਆਪਣੀਆਂ ਆਦਤਾਂ 'ਤੇ ਝਾਤੀ ਮਾਰ ਸਕਾਂ। ਸੋ ਅੱਜ ਦੇ ਸ਼ਬਦ ਵਿੱਚ ਜਿਹੜਾ ਅਸੀਂ ਰਹਾਉ ਵਿਚਾਰ ਰਹੇ ਹਾਂ, ਰਹਾਉ ਵਿੱਚ ਇੱਕ ਲਫ਼ਜ਼ ਆਇਆ ਠਾਕੁਰ। ਠਾਕੁਰ ਲਫ਼ਜ਼ ਅਸੀਂ ਜ਼ਿਆਦਾਤਰ ਫਿਲਮਾਂ 'ਚੋਂ ਲਫ਼ਜ਼ ਸੁਣਦੇ ਹਾਂ, ਔਰ ਕਿਸੇ ਨੂੰ ਠਾਕੁਰ ਕਹਿ ਦਿੱਤਾ ਜਾਂਦਾ ਹੈ। ਕੋਈ ਮਨੁੱਖ ਠਾਕੁਰ ਨਹੀਂ ਹੁੰਦਾ। ਠਾਕ ਹੁੰਦਾ ਰੋਕ ਕੇ ਰੱਖਣਾ, ਉਰ ਹੁੰਦਾ ਹਿਰਦਾ, ਮੇਰਾ ਮਨ। ਮੇਰਾ ਮਨ ਆਪਣੀ ਮਰਜ਼ੀ ਕਰਦਾ ਹੈ ਔਰ ਟਿਕਦਾ ਨਹੀਂ ਹੈ। ਇਸ ਮੇਰੇ ਮਨ ਰੂਪੀ ਉਰ ਮਤਲਬ ਗਰਭ, ਉਰ ਮਤਲਬ ਪੇਟ, ਮੇਰਾ ਜਿਹੜਾ ਉਰ ਹੈ ਨਾ ਮਨ, ਇਹ ਟਿਕਦਾ ਨਹੀਂ ਹੈ। ਇਹਨੂੰ ਥੱਲੋਂ ਰੋਕ ਕੇ ਰੱਖਣ ਵਾਸਤੇ ਠਾਕ ਵਾਲੀ ਜਿਹੜੀ ਮੱਤ ਹੁੰਦੀ ਹੈ ਉਹਨੂੰ ਠਾਕੁਰ ਕਹਿੰਦੇ ਨੇ, ਠਾਕੁਰਾਣੀ ਕਹਿੰਦੇ ਨੇ। ਠਾਕੁਰ ਗਾਈਐ ਆਤਮ ਰੰਗ। ਸਾਧ ਸੰਗਤ ਜੀ, ਆਤਮ ਕੀ ਹੁੰਦਾ ਹੈ? ਜਦੋਂ ਅਸੀਂ ਬਾਣੀ ਨੂੰ ਪੜ੍ਹ ਕੇ ਬਾਣੀ 'ਚੋਂ ਅਰਥ ਸਮਝਦੇ ਹਾਂ ਨਾ, ਤਾਂ ਪਤਾ ਲੱਗਦਾ ਹੈ ਅਸੀਂ ਬੜੇ ਆਰਾਮ ਦੇ ਨਾਲ ਕਹਿ ਦਿੰਦੇ ਹਾਂ ਆਤਮਾ ਪਰਮਾਤਮਾ ਦਾ ਅੰਸ਼ ਹੈ। ਪਰ ਮੈਨੂੰ ਇਹ ਨਹੀਂ ਪਤਾ ਕਿ ਮਨ ਕੀ ਹੈ ਔਰ ਆਤਮਾ ਕੀ ਹੈ। ਜੇ ਇਹ ਪਤਾ ਹੀ ਨਹੀਂ ਹੈ ਤਾਂ ਅਸੀਂ ਇਹ ਕਹੀ ਜਾਂਦੇ ਹਾਂ ਪਿਛਲੇ ਕਈ ਜਨਮਾਂ ਤੋਂ ਆਤਮਾ ਆ ਰਹੀ ਹੈ ਔਰ ਫਿਰ ਮਰਨ ਤੋਂ ਬਾਅਦ ਉਹ ਆਤਮਾ ਨਿਕਲ ਜਾਏਗੀ, ਕੋਈ ਹੋਰ ਜਨਮ ਧਾਰਨ ਕਰ ਲੇਗੀ। ਪਰ ਬੜੀ ਅਜੀਬ ਗੱਲ ਹੈ, ਜੇ ਇਸ ਫਿਲਾਸਫੀ ਨੂੰ ਮੰਨਿਆ ਜਾਏ ਤਾਂ ਕਰੇ ਕੋਈ ਔਰ ਭਰੇ ਕੋਈ। ਕਸੂਰ ਹੋਵੇ ਮਨ ਦਾ ਤੇ ਦੁਖੀ ਹੋਵੇ ਆਤਮਾ, ਗਲਤੀ ਕਰੇ ਮਨ ਤੇ ਆਤਮਾ ਨੂੰ ਭਟਕਣਾ ਪਵੇ। ਇਹਦਾ ਮਤਲਬ ਗੁਰਬਾਣੀ ਵਿੱਚ ਆਤਮਾ ਔਰ ਮਨ ਦੋ ਅਲੱਗ-ਅਲੱਗ ਚੀਜ਼ਾਂ ਨੇ। ਅਸੀਂ ਇੱਕ ਸੈਮੀਨਾਰ ਕੀਤਾ ਸੀ, ਮਨ ਕਿਸ ਨੂੰ ਕਹਿੰਦੇ ਹਨ, ਮਨ ਕੀ ਕਰਦਾ ਹੈ। ਲੇਕਿਨ ਅਸੀਂ ਬਾਣੀ 'ਚੋਂ ਇੱਕ ਸ਼ਬਦ ਪੜ੍ਹਦੇ ਹਾਂ, ਆਤਮਾ ਪਰ ਆਤਮਾ, ਆਤਮਾ ਪਰ ਆਤਮਾ, एको करे एको करे आत्मा पर आत्मा, आत्मा पर एको करे एको करे, अंतर की दुविधा अंतर मरे, अंतर की दुविधा अंतर मरे, आत्मा पर आत्मा, आत्मा पर आत्मा, एको करे एको करे। ਜੇ ਧਿਆਨ ਨਾਲ ਨਾ ਪੜ੍ਹੋ ਤਾਂ ਅਸੀਂ ਪੜ੍ਹਦੇ ਹੁੰਦੇ ਸੀ ਆਤਮਾ ਪਰਮਾਤਮਾ ਏਕੋ ਕਰੋ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਲਫ਼ਜ਼ ਹੀ ਨਹੀਂ ਹੈ ਪਰਮਾਤਮਾ। ਇੱਥੇ ਕਹਿ ਰਹੇ ਨੇ ਆਤਮਾ ਪਰ ਆਤਮਾ।
पर आत्मा कौन है? पर आत्मा है मेरा मन। मन उत्ते दया करनी, मन उत्ते उपकार करना कहलांदा है परोपकार। किसी दूसरे इंसान नूं पराया नहीं कहते ने, पराया है दरअसल मन। किसी दूसरे इंसान उत्ते असी परोपकार नहीं कर सकते जदों तक अपने उत्ते परोपकार ना करिए। पर है मेरा मन, मैं अपने मन उत्ते जदों तक उपकार ना करा मैं ठीक नहीं हो सकता, मेरा सुभाव ठीक नहीं हो सकता। मैनू मेरे ते ही तरस नहीं आंदा। जिसनों अपने ते तरस नहीं आंदा, ही और शी डजंट लव हिमसेल्फ हर सेल्फ, वो अपने आप नूं प्यार करता ही नहीं है। बॉडी नूं प्यार करना, बॉडी नूं कॉस्मैटिक्स लगाने, बॉडी नूं सजाना, बॉडी दे नखून कटा लेने, बॉडी दा मैनीकेयर पैडीकेयर करा लेना, बॉडी नूं मसाज पार्लर लै जाना, इहदे नाल कुछ नहीं हुंदा जदों तक मन नूं सतगुर दे पार्लर विच लिजा के इहदी बॉडी फिटनेस ना कराई जाए। मनुख नूं अपने ते तरस नहीं आंदा। मनुख बाहरों शरीरक इसनूं करदा रहिंदा है पर अपने मन नूं फिक्सअप नहीं करता। मन नूं फिक्सअप करन वास्ते इस शब्द विच या जदों आया आत्मा पर आत्मा एको करे, आत्मा मीनस रब जी। असी बोलते हैं को कबीरे राम की अंश, असी बोलते हैं वी ऑल आर चिल्ड्रन ऑफ गॉड, असी बोलते हैं एक पिता एक इसके मुबारक, असी बोलते हैं हम सबके अंदर भगवान है। देयर इज गॉड विद इन यू। अगर हर किसी के अंदर भगवान है ना, उसी को आत्मा बोलते हैं गुरबाणी के मुताबिक। कोई भी इंसान ऊंच जात का नीच जात का नहीं होता। सारे इंसान रब जी दी यूनीक क्रिएशन ने। हर इंसान बराबर है, अमीर गरीब, गोरा काला, इस्त्री मर्द, जिस मर्जी जेंडर दा होवे, जिस मर्जी देश विच रहिंदा होवे, एथिस्ट कम्युनिस्ट होवे, जो मर्जी होवे, सारे रब जी दे बनाए बंदे ने, क्योंकि सारिਆਂ दे विच आत्मा वसदी है। आत्मा मीन्स रब जी। आत्मा पर आत्मा है मेरा मन। मेरा मन किसी होर ढंग नाल सोचदा है, रब जी किसी होर ढंग नाल सोचदे ने। साडी कॉन्शियस नूं आत्मा कहंदे ने, कॉन्शियस नूं रब जी कहंदे ने, कॉन्शियस दे अंदर वसदे रब नूं कहंदे ने। इस तरीके नाल असीं लफज ही वरतदे हां। लेकिन आत्मा मीनस रब जी, पर आत्मा मीनस मेरा मन। जे ये दोवां नूं एक कर लिया जाए तो मन अंदर जिहड़े भैड़े ख्याल उठते ने, अंतर की दुबदा अंतर मरै। भैड़े ख्याल इत्थे मर्ज हो जाणगे। भैड़े ख्याल कितनी दुनिया भर दे रिवर्स, नदियाँ, नाले सारे कितने गंदे हो जाते हैं। समुंदर विच जाके सब बराबर हो जाते हैं। तुसी गिलास विच गंदा पानी पाओ, जितना मर्जी गंदा पानी पा लो, गिलास भर गया और तुम सोचो है मैक्सीमम गंदा हो सकता सी, उन्हें दे अंदर एक एक बूंद साफ पानी दी पानी शुरू करो, पाते जाओ। वन डे यू विल फाइंड कि गिलास चंगे पानी नाल भर गया, गंदा पानी बाहर निकल गया। गंदा पानी मेरी गल दा प्रतीक है मेरे अवगुण। ज्यों ज्यों मैं आत्मा पर आत्मा एको करे कीता, मेरे उत्ते रब जी दा रंग चढ़ना शुरू हो गया। रब जी साफ सुथरे ने, रब जी निर्मल ने, रब जी क्रिस्टल क्लीयर ने। मेरी आत्मा, मेरे मन दी आत्मा, पर आत्मा, ए मन रब जी नाल इकमिक हो गया, कुड़ियार तो सचियार हो गया। मन उत्ते कुड़ियार तो सचियार होए बिना रब जी दा रंग नहीं चढ़दा। जे चढ़ जाए राम रंग कदे उतर ना जाए, राम रंग कदे उतर ना जाए।
राम रंग कदे उतर न जाए, राम रंग गुरपुरा जिस दे बुझाए, गुरपुरा जिस दे बुझाए, दे बुझाए। राम रंग कदे उतर न जाए, राम रंग कदे उतर। ਜਦੋਂ ਅਸੀਂ ਪੈਦਾ ਹੋਏ ਸੀ ਤਾਂ ਅਸੀਂ ਨਿਰਮਲ ਨੀਰ, ਸਾਫ ਸੁਥਰੇ, ਬੈਰੀ ਬਿਗਾਨਾ ਵਾਲੀ ਮਾੜੀ ਆਦਤ ਤੋਂ ਛੁੱਟ ਕੇ ਭੋਲੇ ਭਾਵ ਵਾਲੇ ਰੱਬ ਰੂਪ ਪੈਦਾ ਹੋਏ ਸੀ। ਪਰ ਮੈਨੂੰ ਉਹਦੀ ਵੈਲਿਊ ਸਮਝ ਨਹੀਂ ਸੀ। ਵੈਲਿਊ ਨਾ ਸਮਝ ਹੋਣ ਦੇ ਕਾਰਨ ਉਹ ਵਾਲਾ ਰੰਗ ਮੇਰੇ ਤੋਂ ਉਤਰ ਗਿਆ। I could not sustain, I could not hold it, ਮੈਂ ਇਸ ਨੂੰ ਸੰਭਾਲ ਨਹੀਂ ਸਕਿਆ। ਜੇ ਸਾਨੂੰ ਚੰਗੇ ਗੁਣਾਂ ਦੀ ਕੀਮਤ ਨਾ ਪਤਾ ਹੋਵੇ, ਅਸੀਂ ਛੇਤੀ ਨਾਲ ਦੂਸਰਿਆਂ ਦੇ ਅਵਗੁਣ ਦੇਖ ਕੇ, ਦੂਸਰਿਆਂ ਦੀਆਂ ਬੈਡ ਹੈਬਿਟਸ ਦੇਖ ਕੇ, ਮੀਡੀਆ ਤੋਂ ਸਾਰਾ ਭੈੜ ਦੇਖ ਕੇ ਭੈੜੀਆਂ ਆਦਤਾਂ ਲੈ ਲੈਂਦੇ ਹਾਂ, ਆਪਣੀਆਂ ਚੰਗੀਆਂ ਆਦਤਾਂ ਛੋੜ ਦਿੰਦੇ ਹਾਂ। ਉਹ ਰੰਗ ਸਾਡਾ ਉਤਰ ਜਾਂਦਾ ਕਿਉਂਕਿ ਸਾਨੂੰ ਉਹਦੀ ਵੈਲਿਊ ਨਹੀਂ ਪਤਾ। ਲੇਕਿਨ ਜਦੋਂ ਸਤਿਗੁਰ ਦੀ ਮੱਤ ਲੈ ਕੇ ਆਪਣੇ ਮਨ ਉੱਤੇ ਰੰਗ ਚੜਾਉਂਦੇ ਹਾਂ, ਮੀਨਸ ਆਤਮਾ ਪਰ ਆਤਮਾ ਏਕੋ ਕਰੇ ਕਰਦੇ ਹਾਂ, ਤਾਂ ਸਾਡੇ ਉੱਤੇ ਰੱਬ ਜੀ ਦਾ ਰੰਗ ਚੜ੍ਹ ਜਾਂਦਾ। ਉਹਨੂੰ ਕਹਿੰਦੇ ਰਾਮ ਰੰਗ ਕਦੇ ਉਤਰ ਨਾ ਜਾਏ। ਫਿਰ ਨਹੀਂ ਉਤਰਦਾ। ਜਿਹੜਾ ਇਸ ਜ਼ਬਾਨ ਤੋਂ ਭੈੜੀ ਬੋਲੀ ਬੋਲਦਾ ਸੀ, ਚੰਗੀ ਭਲੀ ਦੋਸਤੀ ਟੁੱਟ ਜਾਂਦੀ ਸੀ। ਜਿਹੜਾ ਇਸ ਜ਼ਬਾਨ ਤੋਂ ਕੋਈ ਗੱਲ ਬਣਨ ਵਾਲੀ ਹੈ ਉੱਚਾ ਬੋਲ ਪੈਂਦਾ ਸੀ, ਆਪਣੀ ਵਿਚਕਾਰ ਤੋਤੜੀ ਮਾਰ ਜਾਂਦਾ ਸੀ, ਗੜਬੜ ਹੋ ਜਾਂਦੀ ਸੀ। ਉਹਨੂੰ ਸਮਝ ਆ ਗਈ ਮੇਰੀ ਇਹਦੇ ਨਾਲ ਫਲਾਣੇ ਨਾਲ ਲੋਕਾਂ ਨਾਲ ਵਿਗੜਦੀ ਕਿਉਂ ਹੈ, ਮੇਰੀ ਫਲਾਣੀ ਬੋਲੀ ਕਰਕੇ। ਉਹ ਆਪਣੀ ਬੋਲੀ ਸਵਾਰ ਲੈਂਦਾ ਹੈ, ਔਰ ਜਿਹੜਾ ਇੱਕ ਵਾਰੀ ਬੋਲੀ ਸਵਾਰ ਲੈਂਦਾ ਹੈ ਫਿਰ ਉਸ ਦੀ ਬੋਲੀ ਸੰਵਰ ਹੀ ਜਾਂਦੀ ਹੈ, ਕਿਉਂਕਿ ਉਹਦੀ ਜ਼ਬਾਨ ਉੱਤੇ ਰੱਬ ਜੀ ਦਾ ਰੰਗ ਚੜ੍ਹ ਗਿਆ। ਜ਼ਬਾਨ ਮੀਨਸ ਮਨ ਉੱਤੇ ਉਹਦੇ ਸਾਰੇ ਅੰਗ ਸੰਵਰ ਜਾਂਦੇ ਨੇ। ਆਤਮਾ ਪਰ ਆਤਮਾ ਇੱਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੈ। ਜਿਸ ਦੀ ਅੰਦਰ ਦੀ ਦੁਬਦਾ ਹੁੰਦੀ ਹੈ ਨਾ, ਡੁਐਲਿਟੀ ਹੁੰਦੀ ਹੈ, ਉਹਦੇ ਭਾਣੇ ਨਾ ਲੋਕੀ ਗਲਤ ਮਲਤ ਨੇ। ਬਸ ਮੈਂ ਠੀਕ ਹਾਂ, ਬਾਕੀ ਸਭ ਗਲਤ ਨੇ। ਇਹੀ ਉਸ ਦੇ ਠਾਕ ਕਰਨ ਵਾਲੀ ਮੱਤ ਨੂੰ ਡੱਕੇ ਡੋਲੇ ਖਵਾਉਂਦੀ ਹੈ, ਔਰ ਉਹ ਇਸ ਤਰ੍ਹਾਂ ਆਪਣਾ ਪਿਲਰ, ਆਪਣਾ ਬੇਸ ਆਪ ਤੋੜ ਲੈਂਦਾ ਹੈ ਔਰ ਆਪਣੇ ਓਵਰ ਕੌਨਫੀਡੈਂਸ ਦੀ ਈਗੋ ਦਾ ਬੇਸ ਬਣਾ ਲੈਂਦਾ ਹੈ। ਉਹਨੂੰ ਕਹਿੰਦੇ ਨੇ ਸਾਕਤ ਹਰ ਸਾਧ ਨਾ ਜਾਣਿਆ ਤਿਨ ਅੰਤਰੋਂ ਮੈਂ ਕੱਢਾ, ਜੋ ਚਲੈ ਚੁਭੈ ਦੁੱਖ ਪਾਵੈ ਜਮਕਾਲ ਸੈਸੀ ਡੰਡਾਏ। ਮਨ ਸਟੇਬਲ ਨਹੀਂ ਰਹਿੰਦਾ। ਸ਼ਬਦ ਦੇ ਰਹਾਉ ਵਿੱਚ ਠਾਕੁਰ ਆਇਆ, ਇਸ ਕਰਕੇ ਮੈਨੂੰ ਗਾਇਕੀ ਵੇਲੇ ਹੀ ਇਹ ਠਾਕੁਰ ਦੀ ਗੱਲ ਨੂੰ ਆਪ ਜੀ ਨਾਲ ਸਾਂਝ ਕਰਨਾ ਸੀ। ਰਾਓ ਹੈ ਠਾਕੁਰ ਗਾਈਏ ਆਤਮ ਰੰਗ। ਜੇ ਤੂੰ ਟਿਕ ਕੇ ਰਹਿਣਾ ਚਾਹੁੰਦਾ ਨਾ, ਤਾਂ ਤੈਨੂੰ ਅੰਦਰ ਵਸਦੇ ਰੱਬ ਜੀ ਦਾ। ਓਏ ਮੇਰੇ ਮਨ ਨੂੰ ਕਹਿ ਰਹੇ ਨੇ, ਇਫ ਯੂ ਵਾਂਟ ਟੂ ਬੀ ਸਟੇਬਲ, ਯੂ ਡੋਂਟ ਵਾਂਟ ਟੂ ਬੀ ਅਪਸੈਟ, ਤਾਂ ਤੈਨੂੰ ਆਤਮ ਦਾ ਰੰਗ ਚੜ੍ਹਾਉਣਾ ਪਵੇਗਾ, ਆਤਮ ਦੇ ਰੰਗ ਵਿੱਚ ਰਹਿਣਾ ਪਵੇਗਾ। ਆਤਮ ਹੈ ਰੱਬ ਜੀ। ਮਨ ਦਾ ਰੰਗ ਮੈਲਾ, ਮਨ ਦੇ ਰੰਗ ਨੂੰ ਕਹਿੰਦੇ ਨੇ ਕੱਚਾ ਰੰਗ ਕਸੁੰਭ ਕਾ। ਆਤਮ ਦਾ ਰੰਗ ਮਜੀਠ ਕਾ, ਪੱਕਾ ਰੰਗ। ਕੱਲ੍ਹ ਇੱਕ ਐਵਾਰਡ ਸੈਰਾਮਨੀ ਹੋਈ ਸੀ ਕੇਸ ਸੰਭਾਲ ਪ੍ਰਚਾਰ ਸੰਸਥਾ ਵੱਲੋਂ। ਉੱਥੇ ਉਹਨਾਂ ਨੇ ਨੀਤੀਸ਼ ਕੁਮਾਰ ਜੀ ਨੂੰ ਆਨਰੇਬਲ ਚੀਫ ਮਿਨਿਸਟਰ ਆਫ ਬਿਹਾਰ ਨੂੰ 350 ਸਾਲਾ ਪੁਰਬ 'ਤੇ ਕੀਤੀ ਗਈ ਸੇਵਾ ਵਾਸਤੇ ਆਨਰ ਕਰਨਾ ਸੀ। ਨੀਤੀਸ਼ ਕੁਮਾਰ ਜੀ ਵੱਲੋਂ ਰੈਜ਼ੀਡੈਂਟ ਜੋ ਮਿਨਿਸਟਰ ਆਇਆ
ਮਿਸਟਰ ਵਿਪਿਨ ਕੁਮਾਰ। ਵਿਪਿਨ ਕੁਮਾਰ ਜੀ ਨਾਲ ਮੈਂ ਸਾਂਝ ਕਰ ਰਿਹਾ ਸੀ ਅਤੇ ਅੱਜ ਦੇ ਪੁਆਇੰਟ ਦੇ ਨਾਲ ਮੈਂ ਉਸ ਨੂੰ ਫਿਰ ਲਿੰਕ ਕਰਨਾ ਚਾਹੁੰਦਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ, अगर हमारी ज़बान ख़राब है ना, ज़बान के ऊपर भगवान का रंग नहीं चढ़ा हुआ, तो हम रिक्शे वाले को बोलते हैं ओए बिहारी। और ढंग से नहीं बोलते हैं उसके साथ। लेकिन अगर मन रूपी आत्मा उत्ते रंग चढ़ जाए और मन के कारण जबान ठीक हो जाती है, मन की जबान जे ठीक हो जाए, मन की जबान नूं रसना कहते हैं। जे रसना ठीक हो जाए ना, तो हम पता क्या बोलेंगे, ओए रिक्शे वाले भैया। जिस दिन मैनू यह खबर पता लगी, उस दिन मैं सोचता रहा कि सारे बिहार का सिर उच्चा हो गया। काम किया नीतीश कुमार जी ने। मनु एक और एग्जाम्पल समझ आ रही है, अगर संतरे की बात करो तो सारा नागपुर को शलाघा की जाती है, नागपुर के संतरे ले लो। अगर अंब की गल की जाती है, सहारनपुर के आम ले लो। अंब केड़ा एक खा लिया, सारा सहारनपुर वावा हो गई। एक नीतीश कुमार जी ने ग्रेट कम किया, सारे बिहार की वावा हो गई। इस तरह जदों किसी जगह का कोई MLA या किसी जगह का कोई मिनिस्टर या देश का राजा जदों चंगे चंगे काम करता ना, पूरी कौम पूरा देश उच्चा हो जाता है। पर वो कम होना चाहिए सिंसीयर, कम होना चाहिए इंसानियत भरपूर। तो मैं उस पॉइंट नाल ये लिंक कर रहा कि मैं सोचा मैं नीतीश कुमार जी नूं किस तरह ऑनर करा। सानू कोई जानता नहीं, हम रुलते फिरते कोई बात ना पुछता, असीं ते नीतीश कुमार जी नूं मिल नहीं सी सकते। सो मैं घर बैठिया सोचा मैं रिक्शे वाले नूं कवांगा। सो रिक्शे ते मैं बैठिया और रिक्शे वाले नूं जदों मैं घर उतरिया, मैं उन्हें कहा, रिक्शे वाले भैया आप आओ अंदर बैठ जाओ, चाय पियोगे? नहीं, आपको पसीना आ रहा है, पंखे के नीचे बैठ जाओ, ठंडा दे दूँ, लस्सी दे दूँ? वो तो मेरे वाल देखने लग पिया, सरदार जी आप कैसे बोल रहे हैं, ऐसे तो कोई बोलता ही नहीं है। मैं क्या, अरे यार आपकी तो इज़्ज़त मेरे मन में बढ़ गई है। आप ना पता है जहाँ रहते हैं ना, वहाँ पे मेरे गुरु गोविंद सिंह पातशाह का प्रकाश हुआ था, बिहार में, पटना में। पर आपके मिनिस्टर जी ने इतना ज़ोरदार काम किया कि हर बिहारी के साथ इज़्ज़त से बात करने का दिल करता है। साथ संगत जी इसनों बिल्कुल इस तरह ही रिलेट करो, जदों मन उत्ते रब जी का रंग चढ़े ना, तो फिर बिहार नहीं बल्कि पूरी दुनिया के सारे मनुख सारे नाल मिठा बोलण का दिल करता है, सारे नाल इज्जत नाल गल करन का दिल करता है। सारे कुदरत के सब बंदे नज़र आते ने, मन उत्ते रंग चढ़ गया। लेकिन जे किसी नूं देख के उन्होंने घटिया समझिया तो डके डोले खाएगा मन। सो कहते ने ठाकुर गाइए आत्म रंग, मन आत्मा मीन्स अंदरों गॉड कहता है इसके साथ बुरा मत बोल, इसके अंदर मैं भी रहता हूँ। सो असी होला महला ते अपनी आत्मा दा रंग अपने मन उत्ते चढ़ाते हाँ। असी इत्थों गुलाल नहीं लगाते, बल्कि आत्मा उत्ते मन उत्ते आत्मा दा रंग चढ़ाते हाँ। ये शब्द का राव है, ठाकुर गाइए आत्म रंग। गाइए का मतलब क्या होता है, मन हमेशा उसे रंग विच रहिंदा है और साड़ी हैबिट सुभाव हमेशा डिवाइन हो जाते हैं, स्पिरिचुअल हो जाते हैं। शरणी पावन नाम त्यावन सहज समावन संग। सहज समावन संग का मतलब होता है असी हमेशा वास्ते आत्मा का संग मीनस गॉड का संग करन लग पैंदे हाँ, एफर्ट नहीं करने पैंदे ने।
ਸਹਿਜੇ ਹੀ ਹੋਣ ਲੱਗ ਪੈਂਦਾ ਹੈ। ਸਪਰੈਸ ਨਹੀਂ ਕਰਨਾ ਪੈਂਦਾ, ਸੁਭਾਅ 'ਚ ਉਸ ਤਰ੍ਹਾਂ ਹੋ ਜਾਂਦਾ ਹੈ। ਯੂ ਬਿਕਮ ਸਪਿਰਿਚੁਅਲ ਬੀਇੰਗ। ਜਦੋਂ ਮਨ ਉੱਤੇ ਆਤਮਾ ਦਾ ਰੰਗ ਚੜ ਜਾਂਦਾ ਹੈ। ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਨ ਕਿਹਦੀ ਸ਼ਰਨ ਪਵੀਏ। ਇਸ ਸ਼ਬਦ ਵਿੱਚ ਕਹਿ ਰਹੇ ਨੇ ਰੱਬ ਜੀ ਦੀ ਸ਼ਰਨ ਪੈ। ਸ਼ਬਦ ਦੇ ਮੁਤਾਬਕ ਰੱਬ ਕੀ ਹੈ ਇੱਥੇ? ਆਤਮ। ਜਦੋਂ ਅਸੀਂ ਗਹਿਰਾਈ 'ਚ ਸ਼ਬਦ ਪੜ੍ਹਦੇ ਜਾਵਾਂਗੇ ਨਾ ਤਾਂ ਕਈ ਸ਼ਬਦਾਂ ਵਿੱਚ ਸਾਨੂੰ ਮਨ ਜਦੋਂ ਚੜ੍ਹਦੀ ਕਲਾ ਵਾਲਾ ਹੋਏਗਾ ਨਾ, पॉजिटिव सेंस ही होएगा, ਉਹਦਾ मतलब आत्मा होएगा। बट गुरबानी इस किस्म का आत्मा नहीं मानती है कि हम लाखों हजारों सालों से कोई कुत्ता बिल्ली पंछी थे और फिर उसमें से आत्मा निकल के इस जन्म में मनुष्य देही में आई और फिर इसमें से निकल के फिर कुत्ता बिल्ली बन जाएगी। गुरबानी इस संदर्भ इस कॉन्टेक्स्ट आत्मा नहीं मानती। रादर आत्मा मीन्स रब। तेरे 'ਚ ਵੀ ਵਸਦਾ, ਇਹਦੇ 'ਚ ਵੀ ਵਸਦਾ, ਉਹ ਸਾਰਿਆਂ 'ਚ ਵਸਦਾ। ਸ਼ਰਣੀ ਪਾਵਨ, ਸ਼ਰਨ ਕਿਹਦੀ? ਰੱਬ ਜੀ ਦੀ। ਰੱਬ ਜੀ ਕਿੱਥੇ ਰਹਿੰਦੇ ਨੇ? ਸਭ ਜਗ੍ਹਾ ਰਹਿੰਦੇ ਨੇ। ਸ਼ਬਦ ਵਿੱਚ ਕਹਿ ਰਹੇ ਨੇ ਤੇਰੇ ਅੰਦਰ ਰਹਿੰਦੇ ਨੇ। ਓਏ ਮੇਰੇ ਮਨ ਉਹਦੀ ਸ਼ਰਣੀ 'ਚ ਆ ਜਾ। ਰੱਬ ਜੀ ਦੀ ਸ਼ਰਣੀ 'ਚ ਆਉਣ ਦਾ ਮਤਲਬ ਕੀ ਹੈ? ਜੋ ਰੱਬ ਜੀ ਦਾ ਪਾਣਾ ਹੈ, ਜੋ ਰੱਬ ਜੀ ਦਾ ਨਿਯਮ ਹੈ, ਜੋ ਰੱਬ ਜੀ ਦੇ ਕਾਨੂੰਨ ਨੇ, ਜੋ ਰੱਬ ਜੀ ਦਾ ਥਾਟ ਪ੍ਰੋਸੈਸ ਹੈ, ਅਕੋਰਡਿੰਗ ਟੂ ਦੈਟ ਜੀਵਿਆ ਕਰ। ਉਹਨੂੰ ਕਹਿੰਦੇ ਨੇ ਸ਼ਰਣੀ ਪਾਵਨ ਨਾਮ ਧਿਆਵਨ। ਨਾਮ ਧਿਆਵਨ ਮੀਨਸ ਜੋ ਤੈਨੂੰ ਜੀਵਨ ਜਾਚ ਦੱਸੀ ਹੈ ਉਹਨੂੰ ਦ੍ਰਿੜ ਕਰ। ਉਹਦੇ ਵਿੱਚੋਂ ਤੈਨੂੰ ਹਮੇਸ਼ਾ ਗੋਡਲੀ ਕੁਆਲਿਟੀਜ਼ ਨਾਲ ਜੀਏਗਾ, ਤੈਨੂੰ ਰੱਬ ਯਾਦ ਆਏਗਾ। ਗੋਡਲੀ ਕੁਆਲਿਟੀਜ਼ ਨੂੰ ਛਿੱਕੇ ਟੰਗਿਆ, ਆਈਡੀਅਲਸ ਨੂੰ ਛਿੱਕੇ ਟੰਗਿਆ। ਇਫ ਯੂ ਡੋਂਟ ਲਿਵ ਵਿਦ ਮੋਰੈਲਿਟੀ ਤਾਂ ਹਰ ਬਿਸਰਤ ਤੇਰੇ ਗੁਣ ਗਲਿਆ। ਤੇਰੇ ਚੰਗੇ ਗੁਣ ਗਲ ਜਾਣਗੇ, ਮਾਨੋ ਭਗਵਾਨ ਭੂਲ ਗਿਆ ਹੈ, ਮਾਨੋ ਮਨ ਸੇ ਭਗਵਾਨ ਵਿਸਰ ਗਿਆ ਹੈ। ਇਹ ਸ਼ਬਦ ਦਾ ਰਹਾਉ ਹੈ। ਹੁਣ ਕਹਿੰਦੇ ਨੇ ਜਿਸ ਮਨ ਨੂੰ ਰੰਗ ਲੱਗ ਜਾਵੇ ਜਾਂ ਕੋ ਹਰ ਰੰਗ लागो इस युग में। युग ਦਾ ਮਤਲਬ ਇਸ ਦੁਨੀਆ को नहीं बोलते हैं। युग ਦਾ ਮਤਲਬ ਸਤਯੁਗ, ਦੁਆਪਰ, ਤ੍ਰੇਤਾ, ਕਲਯੁਗ ਵਾਲੇ ਯੁੱਗ ਦੀ ਗੱਲ ਨਹੀਂ ਚੱਲ ਰਹੀ। ਯੁੱਗ ਦਾ ਮਤਲਬ ਹੁੰਦਾ ਸੋਚਣੀ ਦਾ ਢੰਗ। ਜੇ ਮੇਰਾ ਸੋਚਣੀ ਦਾ ਢੰਗ ਕਲਾ ਕਲੇਸ਼ ਵਾਲਾ ਹੈ ਤਾਂ ਮੈਂ ਐਟ ਪ੍ਰੈਜ਼ੈਂਟ ਕਲ ਯੁੱਗ ਵਿੱਚ ਰਹਿੰਦਾ ਹਾਂ। ਪਰ ਜੇ ਮੇਰਾ ਸੋਚਣੀ ਦਾ ਢੰਗ ਸੰਤੋਖੀ ਹੋ ਜਾਏ, ਸਤਯੁਗ ਰਤ ਸੰਤੋਖ का, ਤਾਂ ਮੈਂ ਸਤਯੁਗ ਦੀ ਅਵਸਥਾ 'ਚ ਆ ਜਾਂਦਾ। ਮਨ ਦੇ ਸੋਚਣੀ ਦੇ ਢੰਗ ਦੇ ਮੁਤਾਬਕ ਯੁੱਗ ਹੁੰਦਾ ਹੈ। ਇਹਦਾ ਮਤਲਬ ਸੋਚਣੀ ਦੇ ਢੰਗ ਨੂੰ ਯੁੱਗ ਕਹਿੰਦੇ ਨੇ। जाको हर रंग लागो इस युग में, जिसके सोचनी के ढंग के ऊपर भगवान का रंग चढ़ जाता है। सो कहियत है सूरा, वो सही मैंने वॉरियर है, वो सूरमा है। ਅਸੀਂ ਕਿਸ ਨੂੰ ਸੂਰਮਾ ਸਮਝਦੇ ਹਾਂ? ਗੁਰਬਾਣੀ ਮੁਤਾਬਕ ਅਸੀਂ ਸੂਰਮਾ ਉਸ ਨੂੰ ਸਮਝਦੇ ਹਾਂ ਜਿਸ ਦੇ ਅੰਦਰ ਹੰਬਲਨੈਸ ਹੈ। फ़र्ज़ को मेरी ऊंची ज़ात है और तुमने मेरे को मेरी ज़ात से नहीं बुलाया, बल्कि मेरे को घटिया कह दिया, मेरे को पैड़ा कह दिया, मेरे को बुरा कह दिया। आई डोंट माइंड, क्योंकि मैं सूरमा हूँ। भाव की निकलिया साडा जो स्टेटस है, अगर उस स्टेटस की मेरे को इज्जत ना दी जाए, आई डोंट माइंड, क्योंकि मैं वॉरियर हूं। आई कैन फाइट अगेंस्ट दिस इंसल्ट। और मेरी फाइट क्या होगी? तुम गाली दोगे, मैं गाली नहीं दूंगा। तुम मेरे को 2 की 4 सुनाओगे, मैं एक भी नहीं बोलूंगा। तुम मेरे साथ बदला लेने की भावना करोगे, मैं टिट फॉर टैट नहीं करूँगा। यह जिहड़ा मेरा एसेट है ना, कैपिटल है ना, यह सूरमे वाला है।
ਸੋ ਗੁਰਬਾਣੀ ਮੁਤਾਬਕ ਜਿਹੜਾ ਹੰਬਲ, ਜਿਹੜਾ ਨਮਰਤਾ 'ਚ ਰਹਿੰਦਾ ਹੈ ਨਾ, ਉਹਨੂੰ ਸੂਰਮਾ ਕਹਿੰਦੇ ਨੇ। ਜਿਹਦੇ ਕੋਲ ਗਰੀਬੜਾ ਸੁਭਾਅ ਹੁੰਦਾ ਹੈ ਉਹਨੂੰ ਸੂਰਮਾ ਕਹਿੰਦੇ ਨੇ। ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ। ਪੁਰਜਾ ਪੁਰਜਾ ਕੱਟ ਮਰੈ। ਕਿਸ ਤਰ੍ਹਾਂ ਪੁਰਜਾ ਪੁਰਜਾ ਕੱਟਦੇ ਨੇ? ਮੈਂ ਇਹਨਾਂ ਅੱਖਾਂ ਦੇ ਨਾਲ ਇਹਨੂੰ ਨੀਵਾਂ ਦੇਖਦਾ ਹਾਂ, ਇਹਨੂੰ ਘਟੀਆ ਦੇਖਦਾ ਹਾਂ। ਫਲਾਣਾ ਮੈਨੂੰ ਚੰਗਾ ਲੱਗਦਾ ਹੈ ਤੇ ਉਹਨੂੰ ਆਪਣਾ ਆਪਣਾ ਸਮਝਦਾ। ਫਲਾਣਾ ਮੈਨੂੰ ਬੁਰਾ ਲੱਗਦਾ, ਉਹਦੇ ਨਾਲ ਮੈਂ ਨਫ਼ਰਤ ਕਰਦਾ, ਗੱਲ ਵੀ ਨਹੀਂ ਕਰਨਾ ਚਾਹੁੰਦਾ। ਮੇਰੀ ਅੱਖਾਂ 'ਚ ਨੁਕਸ ਪੈ ਗਿਆ ਨਾ, ਮੈਨੇ ਇਹ ਆਂखें ਕਟਵਾ ਦੀ। ਮੈਨੂੰ ਕੰਨਾਂ ਨਾਲ ਨਿੰਦਾ ਸੁਣਨ ਦੀ ਆदत है, गंदे गीत सुनन की आदत है, मैंने एक कान कटा दिए। मैं इस हाथ से किसी का बिगाड़ सकता था, अपने हाथ से पेन चला के किसी को फांसी की सज़ा दे देता था, किसी की कॉन्फिडेंशियल रिपोर्ट ख़राब कर देता था, किसी के बारे में भी मैं ऐसे करता था। मैंने ये हाथ कटा दिए। मैं इन पैरों के साथ पब में जाता था और किसी का बिगाड़ने के लिए लोगों के साथ मिल के, भीड़ के साथ इकट्ठा होकर किसी को मारने चला जाता था। मैं देश में कहीं बस में आग लगाने चला जाता था, मैं कहीं पर बैंक को आग लगा देता था, मैं पर कहीं पर मिनॉरिटी को जला देता था। ये सारे करने की तरफ से ना मैंने अपनी टांगों को रोक लिया, मैंने टांगें काट दी। अपना एक एक अंग पैड़े वाले पासों मन जीत है जगजीत कर लेना, कंट्रोल कर लेना, काबू करना, अंग अंग कटना कहलाता है। इनू कहते ने सूरा सो पहचानिया जो लड़े दीन के हेत। पुरजा पुरजा कट मरे कबू ना छाड़े खेत। मैं सच नहीं छोड़ूंगा, मैं अपना दीन धर्म नहीं छोड़ूंगा। ओनू सूरमा कहते ने। तुसी मेरे नाल नफरत दी नज़र नाल देखो और मैं तुहानू जफ्फी पा सकदा हाँ। सूरमा, तुसी मेरे नाल भैड़े बोल बोलो। साध संगत जी, मैं कर सकता हाँ डज नॉट मीन मैं अपने बारे गल कर रहा। जो भी इंसान अगर ऐसे बोलता है, टिट फॉर टैट का बदला नहीं लेता है, नफ़रत नहीं करता है, डिसहार्मनी नहीं करता है, क्रोध नहीं करता है, गुस्सा नहीं करता है, गाली नहीं निकालता है, बदला लेने की भावना नहीं करता है, उसको सूरमा बोलते हैं। एक बारी मैं एक और एग्जाम्पल बनाई सी। फ़र्ज़ करो अगर मेरी बेटी को कोई दाज के नाम पर जला दे, अगर मैं सूरमा नहीं हूँ तो मैं पता है क्या करूँगा? मैं उनके अगेंस्ट कचहरी में लिखाऊंगा और फिर मैं उनको जेल करवाऊंगा और फिर मैं उनको फांसी दिलवाऊंगा। तब मेरे को चैन आएगा। पर कोई मेरे से पूछे तेरी धी तो नहीं हूँ तेनू मिलेगी, तेरी बेटी नहीं तेनू मिलेगी। अगर मैं सूरमा हाँ तो मैं पता की करांगा? मेरी बेटी को तुमने दाज के नाम पर जलाया, अगर मेरी बेटी का नाम एक्स है तो अब दुनिया में कोई और एक्स बेटी को दाज के नाम पर नहीं जलाएगा। मैं ऐसा समाज बनाऊंगा कि कोई दाज के नाम पर किसी की बेटी को जलाएगा नहीं। इसको सूरमा बोलते हैं। मेरे को तुमसे कोई पंगा नहीं लेना, तुम तो बहुत ही गिर गए अपनी किरदार से, कोई बात नहीं, मेरे को तुमसे कोई नफरत नहीं है। तुमने जो काम किया ना उस काम से नफरत है, उस काम को मैं इस समाज में से काट के फेंक दूंगा, लोगों का मन जगा दूंगा। लोग दाज नहीं लिया करेंगे, लोग किसी की बेटी को जलाया नहीं करेंगे। 10 गुरु साहिबान ने ऐसा समाज क्रिएट किया सी। खालसा दाज नहीं लेंदा, खालसा जेंडर डिस्क्रिमिनेशन नहीं करता, खालसा बेटा और बेटी विच फर्क नहीं करता, खालसा ये नहीं कहता कि घर पुत्र ही होना चाहिए, खालसा भ्रूण हत्या नहीं करता, फीमेल फीटिसाइड नहीं करता, क्योंकि खालसा सूरमा है। खालसा जात पात नहीं मनता, ऊंच नीच जात पात नहीं मनता, खालसा सूरमा है। खालसे नूं जदों कोई शराब का गिलास सामने रखता है वो नहीं पींदा है। सूरमा कैन स्टॉप इट। उसने अपनी आत्मा को जीता हुआ, उसने मन को जीता हुआ है, वो एनी इवल्स को ठुकरा सकता है।
अगर उसके सामने दामिनी वाला केस आ जाए तो वो दामिनी को अपने गले लगाकर उसके सिर पर हाथ रखे कहेगा तू मेरी भैन है, तू मेरी बेटी है। खालसा है ना, सूरमा है ना। सो आत्म जिणे सगल वस ताक है, ਉਹਨੂੰ ਇਹ ਵਸ ਹੁੰਦਾ ਹੈ ਕਿ ਇਸ ਵੇਲੇ ਮੈਨੂੰ ਭੈੜਾ ਖਿਆਲ ਆ ਰਿਹਾ ਹੈ ਔਰ ਮੈਂ ਇਸ ਦਾ ਬੈਡ ਐਕਸ਼ਨ ਨਹੀਂ ਲਵਾਂਗਾ, ਬਲਕਿ ਮੈਂ ਸੋਚਾਂਗਾ ਮੈਂ सूरमा हाँ, मनु ये भैड़ा ख्याल आया क्यों, फ्यूचर में मुझे ये ख्याल नहीं आने देना। और मैं अपने फुरनियां नूं दबांगा, आस्ता आस्ता दबा दबा के कुट कुट मन कसवट्टी लावे और फिर मैं अपने मन नूं समझा लांगा। फिर मैनूं चंगे ही सुपने आया करनगे क्योंकि मैं निरंतर सच की संगत विच रवांगा। उहनूं सूरमा कहंदे ने। तुसी सारे यह वाला सूरमा बन सकते हो कि डेली तो कोई दो कौमां की लड़ाई नहीं हो रही, डेली तो दो टाउन आपस में लड़ नहीं रहे हैं, डेली तो कोई दो देश आपस में लड़ नहीं रहे हैं। सानू डेली की मैं सीखना सूरा सो पहचानिया जो लड़े दीन के हेत, पुरजा पुरजा कट मरे कबू ना छाड़े खेत। जिहड़ा डेली रोज़ हर पल वाला सूरमा है ना, उन्होंने कहते ने प्रेमी। जो तो प्रेम खेलन का चाहो सिर तड़तली गली मेरी आओ। सिर तड़तली का मतलब की है, गली का मतलब की है मेरा मार्ग। तली की है, तली ते सिर रखन का मतलब की है जो मेरा नेगेटिव थॉट प्रोसेस है ना, जो मैं गलत सोचता हूँ सोचती हूँ ना, जो मैं बदला लेने की भावना रखती हूँ ना, जो मैं भैड़े बोलता हूँ ना, जो मैं नफरत करता हूँ ना, जो मैं वितकरा करता हूँ ना, वो वाला मैंने सिर यहाँ रख लिया, काट के रख लिया। आई सरेंडर इट। एनू कहते सिर तरतली गली मेरी आओ। इत मार्ग पैर तरीजै, सिर दीजै कान ना कीजै। उन्होंने कहते पुरजा पुरजा कट मरै कबू ना छाड़ै खेत। काश इस आत्मक सूरमा बनन वाली सानू जाच आ सके। साडा बच्चा गलती करे और अगर हम मम्मी पापा सूरमा नहीं है तो हम कहें चल तेनू घरों बाहर कढ़िया, हमसे कुट्टी तेरी, तेरे को प्रॉपर्टी में से निकाल देंगे, तेरे को फरखती दे देंगे, जाओ। लेकिन अगर मेरा बच्चा गलती करे और फिर मैं उसको गले लगा लूँ, जब भी पालूँ, सूरमा है ना, आई एम वॉरियर, आई कैन फाइट अगेंस्ट ईवल्स नॉट पीपल। मुझे लोगों के अगेंस्ट नहीं लड़ना है। मैनू जड़ियाँ मचंदड़ियाँ भैड़े ख्यालों वालियाँ आदतां आंदियां रहिंदियां ने दिमाग विच, थॉट प्रोसैस विच, मैं उन्हां नाल फाइट कर सकदा हाँ। उन्होंने कहंदे ने सो कहिए तै सूरा, आत्म जिणै सगल वस ताक है, जाका सतगुर पूरा। सगल वस नूं होर थोड़ा सिंपल करना होए तां कह सकते हैं, मैं उसको गाली निकालना नहीं चाहता था पर निकल गई। मैं इंज बोलना नहीं सी चाहता, स्लिप ऑफ टंग हो गया। नहीं, हुण वस विच है, मन जीता जग जीता है। बिकॉज सूरमा सूरमा किस तरह बनीदा है? शब्द दा रहाओ, जिसदा मन डके डोले नहीं खांदा। ठाकुर वाली मत, ठाक के रखण वाले उर नूं वाली मत, ठाकुरायण वाली मत उन्होंने आ गई है। साडे नौजवान बच्चों नूं वो नहीं आती ना मत, तो मम्मी पापा नाल लड़े रहंदे ने, रुस्से रहंदे ने। ये वाली आदत बनी रहती है, पापा मम्मी का कहना नहीं मनते ने, घर देर नाल आंदे ने, आंदे ने अपने कमरे च वड़ के दरवाज़ा बंद कर लेंदे ने, आंदे ने कंप्यूटर ते ही काम करते रहंदे ने। एक बच्ची नूं मैं कहंदियां सुनिया, मैं जब घर जाती हूँ ना, पापा तो सो रहे होते हैं या काम पे गए होते हैं, मम्मी अपना लेक्चर झाड़ना शुरू कर देती है। मैं जल्दी से जाकर अपनी किताब खोल लेती हूँ और मैं जाकर दूँ मैं अपना काम कर रही हूँ, मैं बिज़ी हूँ। मैं कभी फ़ोन पे लग जाती हूँ, कभी कंप्यूटर पे लग जाती हूँ, ताकि मम्मी मेरे को लेक्चर दे ही ना। मम्मी से छूटती हूँ, दादी बुलाना शुरू कर देती है, दादा बुलाना शुरू करता है। मैं सबसे अपनी जान छुड़ा लिया, सुनना ही नहीं चाहते। लिसनिंग इज क्लोज्ड, ओवर कॉन्फिडेंस। ਇਹ वाली आदत पै जाती है ना, फिर स्पाउस नाल भी लड़न की आदत पै जाती है, फिर पति या पत्नी नाल भी लड़न की आदत पै जाती है। आपस में रुस जाते हैं। जदों रुस जाओ ना, काम नहीं बनते ने। मैं सुनिया है कि अजकल के पढ़े लिखे पति पत्नी लड़ पे
और लड़ने से पहले बात हुई थी शाम को 4 बजे, अच्छा आज रात को ना डिनर जल्दी बना लियो और ना सुबह मेरी 7 बजे की ट्रेन है, मुझे 5 बजे उठा दियो, ठीक है। इस तो बाद उन्हों की अचानक लड़ाई हो गई। लड़ाई होने तो बाद वो राती सो गए। सवेरे 8 बजे उसकी नींद खुली। माई गॉड। पत्नी को कहता तेरे को बोला था मुझे सुबह 5 बजे उठा दियो। कहती है कब कहा था? कहता मैंने तुम्हारे तकिए के नीचे लिख के रखा था मुझे सुबह 5 बजे उठा देना। तब पत्नी कहती है तुम अपना तकिया उठा के देखो, मैंने लिख के रख दिया था 5 बज गए हैं, उठ जाओ। फिर काम नहीं बनते। पर ਜਿਹੜੇ ਸੂਰਮਾ ਹੁੰਦੇ ਨੇ ਉਹ ਛੇਤੀ ਨਾਲ माफ़ करना सीख जाते हैं। ਜਿਹੜੇ सूरमा होंगे ने जल्दी से बात को ख़त्म करते हैं, मिटा देते हैं, क्योंकि ये बात मेरे को दुखी करती है, मेरे को स्टेबल नहीं रहने देती है। मैं जल्दी से जल्दी अपने फ़ोन में से, अपने किलोबाइट्स में से, अपने मेमोरी में से इसको जल्दी से जल्दी इस वायरस को हटा देना चाहता हूँ, मिटा देना चाहता हूँ। वो छेती नाल मिटा देंगे ने। असी इंदौर जाते सां, एक माता जी मेरे वास्ते लंगर भी पका देन, रोज़ मेरे वास्ते रोटी बनाण। कहते भुपिंदर सिंह तेरियां गल्लां बड़ियां वधिया होंदियां ने। असी ना प्रैक्टिस करते सी, मैं भी पढ़ी नहीं सी, मेरा पति भी नहीं पढ़िया होया सी, पर असी लड़ पैंदे सी ना। बस उस तो बाद की है, वो खिड़िया मैं हस पई, साडी उजड़ी दुनिया वस पई। कितने सिंपल सूरमे दा काम है। Then you can forgive others। तुम माफ़ कर सकते हो, तुम उसकी निंदा नहीं करते हो, तुमने गंद को सिर पे उठा के नहीं रखा हुआ है। लोकी चुक्की रखन पे चुक्की रखन। लोगों की तो आदत है, लोग अवगुणा की बन्ने गंठड़ी, लोग अवगुणा की बन्ने गंठड़ी। गुण ना विहाजे कोय, गुण ना विहाजे कोय, लोग अवगुणा की बन्ने गंठड़ी, लोग अवगुणा की बन्ने गंठड़ी। अबे लोगों को फॉलो मत किया कर। लोगों को फॉलो करना, भीड़ नू फॉलो करना, मासिस नू फॉलो करना, दूसरों की गंदी आदतों को फॉलो करना, तो देख नोटिस कर, लोग अवगुणा की बनना गंठड़ी। गुणना भी आ जाए कोई। लोग तो पेटियां, ट्रंक और पोटलियां बन बन के अवगुणा दी, दूजिया दे भैड़ दी, दूजिया दी किसी भी कीती मिसटेक दी बन बन के अपने कोल रखते ने, दुखी रहंदे ने, अपसैट रहंदे ने। तू वॉरियर है ना, तू सूरमा है ना, अरे ये सारा भार उठा के फेंक दे। अगर तू फेंक नहीं पा रहा है ना, तू कावड़ है, तू कमजोर है, तू कायर है, तू सिपाही नहीं है, तू बहुत माइजर है, तू बहुत कंजूस है, तू बहुत सेल्फिश है, तू अपने ही ढंग दे नाल सोचदा है। गुण लिया करना। जो गुण ले सकता है ना, पहले गुण को सुन सकता है, फिर सुन के ले सकता है, डाइजेस्ट कर सकता है। जे को खावे जे को पुंचे तिसका उधारो। फिर उसी गुण की प्रैक्टिस कर सकता है ना, उसको सूरमा बोलते हैं। जो सुनना ही ना चाहता है वो सूरमा नहीं बन सकता। जो सुन के प्रैक्टिस ना करे वो भी नहीं बन सकता। सत्संग जी बहुत सिंपल है। To become Surma, you don't have to use weapon. Rather, you have to use the weapon of Namrata. मिठास, शीतलता, बैलेंस अवस्था, क्रोध वेले अपने आप को काबू करना, बदला लैण की इच्छा है और ना लेना, उन्होंने सूरमा कहते हैं।
These weapons are spiritual weapons. ਇਹ ਸ਼ਸਤਰ ਮੇਰੇ ਠਾਕੁਰ ਕੇ ਦੀਵਾਨ ਦੇ ਨੇ, ਇਹ ਰੱਬ ਜੀ ਦੇ ਸ਼ਸਤਰ ਨੇ। ਇਹਨਾਂ ਦੇ ਨਾਲ ਦੂਜੇ ਦੇ ਹਿਰਦੇ 'ਤੇ ਫੱਟ ਨਹੀਂ ਪਾਈਦਾ, ਕਿਉਂਕਿ ਆਪਣੇ ਹਿਰਦੇ 'ਤੇ ਫੱਟ ਨਹੀਂ ਪਾਉਂਦੇ ਹਾਂ। ਇਹਨਾਂ ਦੇ ਨਾਲ ਕਿਸੇ ਦਾ ਮਰਡਰ ਨਹੀਂ ਹੁੰਦਾ, ਕਿਉਂਕਿ ਆਪਣਾ ਸੁਸਾਈਡ ਨਹੀਂ ਕਰਦੇ ਹਾਂ। ਇਹ ਬੜੇ ਕੀਮਤੀ ਸ਼ਸਤਰ ਨੇ। ਆਈਡੀਅਲਸ, ਜੋ ਆਈਡੀਅਲਸ ਦੇ ਨਾਲ ਜੀਂਦਾ ਉਹਨੂੰ ਕਹਿੰਦੇ ਨੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਹ ਨਿਰਮਲ ਕਰਮਾਂ ਨਾਲ ਜੀਣਾ ਸ਼ੁਰੂ ਕਰ ਦਿੰਦਾ ਹੈ ਜੋ ਸੂਰਮਾ ਹੁੰਦਾ ਹੈ। It is up to you, whatever you want to live with, this is your choice. अगर तुम रोज़ कांटों के साथ अपनी छाती को छील छील के ब्लीडिंग करना चाहते हो, तो फिर तुम्हारी ज़ुबान से तुम लोगों की छाती छीला करोगे। फिर तुम अपनी ज़ुबान से लोगों को बुरा कह कह के, निंदा कर कर के अपने आप को ऊंचा करने की कोशिश करोगे, लेकिन तुम्हारी टांगें कट चुकी होंगी। Your height is gone. गरीबी गदा हमारी खन्ना सगल रेन छारी, फिर ये मेरा वेपन बन जाएगा, गरीबी गदा हमारी। मैं निम्रता में रहता हूँ, अगर ये जांच आ जाए मैं सूरमा हूँ। पुरजा पुरजा कट मरे कबू ना छाड़े के। ਅੱਜ ਦੇ ਸ਼ਬਦ ਵਿੱਚ ਕਹਿੰਦੇ ਨੇ ਸ਼ਰਣੀ ਪਾਵਨ। ਚੰਗੇ ਚੰਗੇ ਗੁਣਾਂ ਦੀ ਪ੍ਰੈਕਟਿਸ ਕਰਨਾ ਮੀਨਸ ਰੱਬ ਦੀ ਸ਼ਰਨ ਵਿੱਚ ਆਉਣਾ। ਚੰਗੇ ਚੰਗੇ ਗੁਣਾਂ ਨੂੰ ਫੋਲੋ ਕਰਦੇ ਰਹਿਣਾ, ਸ਼ਰਨ ਮੇ ਰਹਿਣਾ। ਰਹਾਉ ਜਨ ਕੇ ਚਰਨ ਵਸੈ ਮੇਰੇ ਹੀਰ ਹੈ। ਵਸੈ ਮੀਨਸ ਪਲੂਰਲ। ਕਿਸੇ ਨੇ ਪੁੱਛਿਆ ਸੀ ਗੁਰ ਕੇ ਚਰਨ ਕੀ ਹੁੰਦਾ ਹੈ? ਕੁਛ ਲੋਕਾਂ ਨੂੰ ਤੁਸੀਂ ਪ੍ਰੈਕਟਿਸ ਕਰਦੇ ਦੇਖਦੇ ਹੋਵੋਗੇ, ਕੁਛ ਲੋਕ ਪ੍ਰੈਕਟਿਸ ਕਰਦੇ ਨੇ ਗੁਰਦੁਆਰੇ ਜਾ ਕੇ ਨਾ ਰੱਖੜੀ ਵਾਲੇ ਦਿਨ ਪੀੜੇ ਨੂੰ ਰੱਖੜੀ ਬੰਨ੍ਹ ਆਉਂਦੇ ਨੇ। ਪਹਿਲਾਂ ਤਾਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਰੱਖੜੀ ਤਾਂ ਲੋਕ ਹੱਥ 'ਤੇ ਬੰਨ੍ਹਦੇ ਆ, ਪੀੜੇ ਦੇ ਪੈਰਾਂ ਥੱਲੇ ਬੰਨੀ। ਫਿਰ ਉਹਨਾਂ ਨੇ ਪੀੜੇ ਦੇ ਪਿਲਰਸ ਨੂੰ ਬੰਨ੍ਹਣੀ ਸ਼ੁਰੂ ਕਰ ਦਿੱਤੀ। ਫਿਰ ਕਈਆਂ ਨੇ ਅੱਗੇ ਉਹ ਜੋ ਪਿੱਤਲ ਦਾ ਜੰਗਲਾ ਲੱਗਾ ਹੁੰਦਾ ਉਹਦੇ 'ਤੇ ਰੱਖੜੀ ਬੰਨ੍ਹ ਦਿੱਤੀ। ਇਹ ਸਭ ਕੁਛ ਰੱਬ ਜੀ ਦੇ ਚਰਨ ਨਹੀਂ ਨੇ, ਨਾ ਰੱਬ ਜੀ ਦੀਆਂ ਬਾਵਾਂ ਨੇ। ਜਦੋਂ ਤੱਕ ਇਹ ਜਾਤ ਸਾਨੂੰ ਸਮਝ ਨਹੀਂ ਆਏਗੀ ਤਾਂ ਤੱਕ ਅਸੀਂ ਗੁਰਦੁਆਰੇ ਜਾ ਕੇ ਮੋਮਬੱਤੀਆਂ ਬਾਲਦੇ ਰਹਾਂਗੇ, ਦੀਵੇ ਬਾਲਦੇ ਰਹਾਂਗੇ, ਜੋਤਾਂ ਬਾਲਦੇ ਰਹਾਂਗੇ। ਇਸ ਤਰੀਕੇ ਦੇ ਨਾਲ ਉਹ ਰੱਖੜੀਆਂ ਬੰਨ੍ਹਦੇ ਰਹਾਂਗੇ। ਲੇਕਿਨ ਬਾਣੀ ਮੈਨੂੰ ਕਹਿੰਦੀ ਹੈ ਕਿ ਤੂੰ ਗੁਰ ਕੇ ਚਰਨ ਜੀ ਕਾ ਨਿਸਤਾਰਾ। ਜੋ ਗੁਰੂ ਤੈਨੂੰ ਪਦ ਚਿੰਨ੍ਹ ਸਮਝਾਉਂਦਾ ਹੈ ਨਾ, ਉਹਨੂੰ ਗੁਰ ਕੇ ਚਰਨ ਕਹਿੰਦੇ ਨੇ। ਜੋ ਗੁਰੂ ਤੈਨੂੰ ਮਾਰਗ ਸਮਝਾਉਂਦਾ ਨਾ, ਉਹਨੂੰ ਚਰਨ ਚਲੋ ਮਾਰਗ ਗੋਬਿੰਦ ਕਹਿੰਦੇ ਨੇ। ਔਰ ਜੋ ਉਸ 'ਤੇ ਨਾ ਚੱਲਦਾ ਹੋਵੇ, ਜਿਹੜਾ ਸੂਰਮਾ ਨਾ ਹੋਵੇ, ਉਹਨੂੰ ਕਹਿੰਦੇ ਨੇ ਕਿ ਤੂੰ ਜਮ ਦੇ ਨਾਲ ਨਹੀਂ ਜਾਣਾ, ਪਰ ਉਹ ਜਮ ਕੇ ਸਾਥ ਜਾਂਦਾ ਹੈ। ਪਰ ਜੋ ਸੂਰਮਾ ਬਣ ਜਾਂਦਾ ਉਹਨੂੰ ਕਹਿੰਦੇ ਨੇ ਮੰਨਾ ਹੈ ਜਮ ਕੇ ਸਾਥ ਨਾ ਜਾਏ। ਉਹ ਈਵਲ ਥਾਟਸ ਦੇ ਨਾਲ ਨਹੀਂ ਚੱਲਦਾ। ਈਵਲ ਥਾਟਸ ਦੇ ਮੁਤਾਬਕ ਨਾ ਚੱਲਣਾ ਸੂਰਮਾ ਕਹਿਲਾਂਦਾ ਹੈ। ਉਹਨੂੰ ਅੱਗੇ ਕਹਿੰਦੇ ਨੇ ਜਨ ਕੇ ਚਰਨ ਵਸੈ ਮੇਰੇ ਹੀਰ ਹੈ। ਮੇਰੇ ਹਿਰਦੇ ਵਿੱਚ ਚਰਨ ਮੀਨਸ ਨਿਰੰਤਰ ਸੱਚ ਨੂੰ ਫੋਲੋ ਕਰਦੇ ਰਹਿਣਾ। ਮਨ ਉੱਤੇ ਆਤਮਾ ਦਾ ਰੰਗ ਛੜ ਗਿਆ, ਰੱਬ ਨਾਲ ਇਕਮਿਕ ਵਾਲੀ ਅਵਸਥਾ ਦਾ। ਜਨ ਕੇ ਚਰਨ ਵਸੈ ਮੇਰੇ ਹੀਰੇ ਸੰਗ ਪੁਨੀਤਾ ਦੇਹੀ। ਜਦੋਂ ਮੈਂ ਕੰਟੀਨਿਊਸ ਉਹਦਾ ਸੰਗ ਕਰਦਾ ਹਾਂ, ਮੀਨਸ ਵਰਚਿਊਜ਼ ਦਾ, ਮੋਰੈਲਿਟੀ ਦਾ ਸੰਗ ਕਰਦਾ ਹਾਂ, ਆਈਡੀਅਲਸ ਦਾ ਸੰਗ ਕਰਦਾ ਹਾਂ, ਉਹਨੂੰ ਕਹਿੰਦੇ ਨੇ ਚੰਗੇ ਚੰਗੇ ਗੁਣਾਂ ਦਾ ਸੰਗ ਕਰਨਾ ਕਹਿਲਾਂਦਾ ਮਹਿਮਾ ਸਾਧੂ ਸੰਗ ਕੀ। ਕਿਸੇ ਮਨੁੱਖ ਦੇ ਸੰਗ ਨੂੰ ਸਾਧੂ ਨਹੀਂ ਕਹਿੰਦੇ ਨੇ, ਸੰਤਨ ਨਹੀਂ ਕਹਿੰਦੇ ਨੇ। ਚੰਗੇ ਚੰਗੇ ਗੁਣ ਨੂੰ ਸੰਤਨ ਸੰਗ ਕਹਿੰਦੇ ਨੇ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਮਨ ਨਿਰਮਲ ਹੋ ਜਾਂਦਾ ਹੈ। ਸਾਰੇ ਮੈਲ ਖੋਈ ਕੋਟ ਅਗ ਹਰੇ ਮੀਨਸ ਸਾਰੇ ਭੈੜੇ ਖਿਆਲਾਂ ਵਾਲੀਆਂ ਆਦਤਾਂ ਛੁੱਟ ਜਾਂਦੀਆਂ ਹਨ। ਇਹ ਮਹਿਮਾ ਹੈ, ਇਹ ਵਡਿਆਈ ਹੈ।
ਜਨ ਕੇ ਚਰਨ ਵਸੈ ਮੇਰੇ ਹੀਰੇ ਸੰਗ ਪੁਨੀਤਾ ਦੇਈ। ਜਿਉਂ ਜਿਉਂ ਮੈਂ ਰੱਬ ਜੀ ਦੇ ਸੱਚ ਦੇ ਪਦ ਚਿੰਨ੍ਹਾਂ 'ਤੇ ਮਾਰਗ 'ਤੇ ਟੁਰਨ ਲੱਗ ਪੈਂਦਾ ਹਾਂ, ਮੇਰੀ ਦੇਹ ਪਵਿੱਤਰ ਹੋ ਜਾਂਦੀ ਹੈ। ਅੱਜ ਦੇ ਸ਼ਬਦ ਦੀ ਦੇਹ ਪਵਿੱਤਰ ਕਿਸ ਤਰ੍ਹਾਂ ਹੋਈ? ਮਨ ਉੱਤੇ ਆਤਮਾ ਦਾ ਰੰਗ ਚੜਾਇਆ। ਮਨ ਜਦੋਂ ਆਪਣੀ ਮਰਜ਼ੀ ਕਰਦਾ ਤਾਂ ਈਵਲ ਥਾਟਸ ਆਉਂਦੇ ਨੇ, ਕਿਉਂਕਿ ਮਨ ਕੁੜਿਆਰ ਹੈ। ਲੇਕਿਨ ਜਦੋਂ ਇਹ ਆਤਮਾ ਦੇ ਰੰਗ ਤੇ ਵਿੱਚ ਹੋ ਜਾਂਦਾ ਹੈ, ਉਹਨੂੰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ ਅੰਦਰ ਵਸਦਾ ਰੱਬ। ਸਾਡੀ ਫਰਾਈਡੇ ਕਲਾਸ ਹੁੰਦੀ ਹੈ ਮੁਕਰਜੀ ਪਾਰਕ। ਉਸ ਕਲਾਸ ਵਿੱਚ ਇਸ ਵਾਰੀ ਕੁਐਸਚਨ ਉੱਠਿਆ, ਵੀਰ ਜੀ ਰੱਬ ਰਜ਼ਾ ਕੀ ਹੁੰਦੀ ਹੈ? ਅਸੀਂ ਆਮ ਤੌਰ 'ਤੇ ਗੱਲ ਕਰਦੇ ਹਾਂ ਦ ਲਾਜ਼ ਆਫ ਨੇਚਰ ਇਜ਼ ਦ ਵਿਲ ਆਫ ਗੋਡ। ਕਹਿੰਦਾ ਰੱਬ ਰਜ਼ਾ 'ਚ ਕਿਵੇਂ ਰਹੀਏ? ਇਸ ਤਰੀਕੇ ਨਾਲ ਸਾਰੇ ਕੁਐਸਚਨ ਚੱਲਦੇ ਰਹੇ। ਅਲਟੀਮੇਟਲੀ ਕਹਿੰਦਾ ਰੱਬ ਜੀ ਦਾ ਇਹ ਕਾਨੂੰਨ ਕਿਵੇਂ ਸਮਝੀਏ ਕਿ ਰੱਬ ਜੀ ਦੇ ਕਾਨੂੰਨ ਕੀ ਹੁੰਦੇ ਨੇ? ਮੈਂ ਕਿਹਾ ਰੱਬ ਜੀ ਦਾ ਫੋਰ ਐਗਜ਼ਾਮਪਲ ਕਾਨੂੰਨ ਇੰਝ ਹੁੰਦਾ ਹੈ, ਮੈਨੂੰ ਕਿਹਾ ਗਿਆ ਹੈ ਕਿ ਜੇ ਤੂੰ ਰੱਬ ਨਾਲ ਇਕਮਿਕਤਾ ਚਾਹੁੰਦਾ ਹੈ, ਸੁੱਖ ਚਾਹੁੰਦਾ ਹੈ, ਚੈਨ ਚਾਹੁੰਦਾ ਹੈ, ਤਾਂ ਇਹਦੇ ਨਾਲ ਜਾਂ ਕਿਸੇ ਨਾਲ ਨਫ਼ਰਤ ਨਾ ਕਰ। ਹੁਣ ਲਾਜ਼ ਆਫ ਨੇਚਰ 'ਚੋਂ ਇੱਕ ਇਹ ਕਾਨੂੰਨ ਹੈ। ਲੇਕਿਨ ਇਸ ਕਾਨੂੰਨ ਤੋਂ ਜੇ ਤੂੰ ਬਾਹਰ ਦੀ ਗੱਲ ਕੀਤੀ ਨਾ, ਉਹਨੂੰ ਕਹਿੰਦੇ ਨੇ ਹੁਕਮੇਂਦਰ ਸਾਹਿਬ ਕੋ ਬਾਹਰ ਹੁਕਮ ਨਾ ਕੋਈ। ਜੇ ਹੁਕਮ ਤੋਂ ਤੂੰ ਬਾਹਰ ਗਿਆ ਨਾ, ਤਾਂ ਬਾਹਰ ਰਹਿਣਾ ਮੀਨਸ ਮੈਂ ਇਹਦੇ ਨਾਲ ਨਫ਼ਰਤ ਕਰਾਂਗਾ। ਹੁਣ ਪਤਾ ਕੀ ਹੋਏਗਾ? ਮੇਰੀ ਰੱਬ ਜੀ ਨਾਲ ਟੁੱਟ ਗਈ। ਟੁੱਟਣ ਦੀ ਨਿਸ਼ਾਨੀ ਪਤਾ ਕੀ ਹੈ? ਨਫ਼ਰਤ। ਨਫ਼ਰਤ ਵਿੱਚ ਈਰਖਾ ਹੁੰਦੀ ਹੈ, ਨਫ਼ਰਤ ਵਿੱਚ ਤਪਸ਼ ਹੁੰਦੀ ਹੈ, ਨਫ਼ਰਤ ਵਿੱਚ ਜੈਲਸੀ ਹੁੰਦੀ ਹੈ, ਨਫ਼ਰਤ ਵਿੱਚ ਨਿੰਦਾ ਹੁੰਦੀ ਹੈ। ਇਹ ਸਾਰਿਆਂ ਦੇ ਨਾਲ ਤੇਰਾ ਹਿਰਦਾ ਜ਼ਰੂਰ ਸੜੇਗਾ। ਯੂ ਕੈਨ ਨਾਟ ਸਟਾਪ ਇਟ। ਤੈਨੂੰ ਇੰਨੀ ਫਰੀਡਮ ਹੈ ਕਿ ਤੂੰ ਇਹਦੇ ਨਾਲ ਨਫ਼ਰਤ ਕਰ, ਲੇਕਿਨ ਇਹ ਫਰੀਡਮ ਨਹੀਂ ਹੈ। ਇਸ ਕਰਕੇ ਮੈਂ ਸੈਂਟੈਂਸ ਵਰਤਿਆ ਸੀ, ਕਦੀ ਕਿਸੇ ਨੇ ਕਿਸੇ ਨੂੰ ਪੁੱਛਿਆ ਇਨਸਾਨ ਕੋ ਕਿਆ ਫਰੀडम है, क्या आज़ादी है? तो एक ने जवाब दिता सी, इंसान को ये आज़ादी है कि वो एक कदम उठा सकता है, दूसरा नहीं। दोनों कदम उठा लेगा तो टहपेगा। सो तेरे वास ना एक कदम है। जे तू नफरत रखेगा तो सड़ेगा, रिजल्ट और फल मिठा नहीं निकलेगा। मन मेरे जिन अपना परम गवाता तिसके पाने कोई ना भूला, जिन सगलो ब्रह्म पछाता, जो तक इंज नहीं करेगा ता तक फिर तू दुखी रहेगा। और फिर जेलसी, नफरत, ईर्खा, बदला लैण दी भावना, माफ़ ना करन वाली आदतां दे कारण तपश होएगी, सड़ेगा जरूर तू। इस करके कहंदे ने मन मैदान कर फरीदा, मन मैदान कर टोए टिब्बे ला, मन मैदान कर टोए टिब्बे ला, अग्गे मूल न आसी, अग्गे दोज़ख संदीपा, दोज़ख संदीपा, दोज़ख संदीपा, मन मैदान कर फरीदा, मन मैदान कर टोए टिब्बे ला। ऊंच नीच रखी हुई है, नफरत रखी है, जेलसी रखी हुई है, निंदा रखी हुई है,
ਡਿਸਕ੍ਰਿਮੀਨੇਸ਼ਨ ਰੱਖੀ ਹੈ, ਵਿਤਕਰਾ ਰੱਖਿਆ ਹੋਇਆ, ਆਪਣੇ ਆਪ ਨੂੰ ਸਿਆਣਾ ਦੂਸਰਿਆਂ ਨੂੰ ਘਟੀਆ ਸਮਝਿਆ ਹੋਇਆ, ਆਪਣੇ ਆਪ ਨੂੰ ਸਿਆਣਾ ਦੂਜੇ ਨੂੰ ਮੂਰਖ ਸਮਝਿਆ ਹੋਇਆ। ਇਹ ਸਾਰੇ ਜਿਹੜੇ ਤੂੰ ਊਚ ਨੀਚ ਰੱਖੇ ਹੋਏ ਨਾ, ਟੋਏ ਤੇ ਟਿੱਬੇ ਬਣਾਏ ਹੋਏ ਨੇ ਆਪਣੇ ਮਨ ਦੇ, ਰੱਬ ਨੇ ਨਹੀਂ ਬਣਾਏ। ਗੁਰਬਾਣੀ ਮੁਤਾਬਕ ਇਹ ਕੰਮ ਰੱਬ ਨਹੀਂ ਕਰਾ ਰਿਹਾ, ਟੋਏ ਟਿੱਬੇ ਤੂੰ ਬਣਾਏ ਨੇ, ਤੇਰੇ ਮਨ ਨੇ ਬਣਾਏ ਨੇ। ਟੋਏ ਟਿੱਬੇ ਲਾ, ਫਾਇਦਾ ਕੀ ਹੋਏਗਾ? ਅੱਗੇ ਮੂਲ ਨਾ ਆਪਸੀ ਦੋਜ਼ਕ ਸੰਧੀ ਪਾ। ਦੋਜ਼ਕ ਹੁੰਦਾ ਹੈ ਨਰਕ, ਹੈਲ, ਸੰਧੀ ਪਾ ਅੱਗ। ਦੋਜ਼ਕ ਦੀ ਅੱਗ ਤੈਨੂੰ ਨਹੀਂ ਲੱਗੇਗੀ, ਮਰਨੇ ਕੇ ਬਾਅਦ ਨਹੀਂ, ਐਟ ਪ੍ਰੈਜ਼ੈਂਟ ਤੂੰ ਸੜੇਗਾ ਨਹੀਂ। ਇਹ ਕਾਨੂੰਨ ਹੈ, ਇਹ ਨਿਯਮ ਹੈ, ਇਹ ਰਜ਼ਾ ਹੈ, ਇਹ ਪਾਣਾ ਹੈ। ਸੋ ਪਾਣਾ ਹੁਕਮ ਰਜ਼ਾ ਦਾ ਮਤਲਬ ਹੈ, ਜੇ ਰੱਬ ਜੀ ਦੇ ਭਾਣੇ ਦੇ ਮੁਤਾਬਕ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਤਾਂ ਪਤਾ ਕੀ ਫਾਇਦਾ ਹੁੰਦਾ ਹੈ? ਚੈਨ, ਸੁੱਖ, ਨਮਰਤਾ, ਮਿਠਾਸ, ਹਲੀਮੀ, ਸਬਰ, ਸੰਤੋਖ ਵਰਗੇ ਰੱਬੀ ਗੁਣਾਂ ਦੇ ਨਾਲ ਸਾਂਝ ਹੋ ਜਾਂਦੀ ਹੈ। ਰੱਬ ਮੀਨਸ ਰੱਬ ਦੇ ਗੁਣ, ਯੂ ਆਰ ਵਨ ਵਿਦ ਦੈਟ। ਉਹਨੂੰ ਕਹਿੰਦੇ ਨੇ ਆਤਮਾ ਪਰ ਆਤਮਾ ਏਕੋ ਕਰੇ। ਜਨ ਕੇ ਚਰਨ ਵਸੈ ਮੇਰੇ ਹੀਰੇ, ਸੰਗ ਪੁਨੀਤਾ ਦੇਹੀ, ਜਨ ਕੀ ਧੂੜ ਦਿਓ ਕਿਰਪਾ ਨਿਧ। ਮਨੂੰ ਸਤਿਗੁਰ ਦੀ ਮੱਤ ਦੀ ਧੂੜ ਦਿਓ। ਧੂੜ ਦਾ ਮਤਲਬ ਕੀ ਹੈ? ਚੰਗੇ ਚੰਗੇ ਗੁਣਾਂ ਦਾ ਤਤ ਗਿਆਨ ਮੈਨੂੰ ਸਮਝਾਓ। धूड़ का मतलब ये नहीं है कोई आदमी जा रहा है उसके पाँव के नीचे से ऐसे मिट्टी ले लेना लगा लेना, बाहर कारपेट पड़ा उसके नीचे से मिट्टी ले लेना लगा लेना, उन्होंने धूड़ नहीं कहते ने। धूड़ का मतलब होंगे फुल के अंदर जो पराग जितों खुशबू निकलती है ना, फ्रैगरेंस, ਉਹਨੂੰ ਰੱਜ ਕਹਿੰਦੇ ਨੇ। ਰੱਜ ਦਾ ਮਤਲਬ ਹੁੰਦਾ ਧੂੜ, ਉਹਦਾ ਤੱਤ, ਉਹਦਾ ਐਸੈਂਸ। ਇਸ ਤਰ੍ਹਾਂ ਮੈਨੂੰ ਹਰ ਜਿਹੜਾ ਚੰਗਾ ਚੰਗਾ ਗੋਡਲੀ ਕੁਆਲਿਟੀਜ਼ ਦਾ ਗੁਣ ਹੈ ਨਾ, ਉਹਨੂੰ ਕਹਿੰਦੇ ਨੇ ਗੁਰ ਸਿੱਖਾਂ ਕੀ ਹਰ ਧੂੜ ਦੇ। ਗੁਰੂ ਦੀ ਸਿੱਖਿਆਵਾਂ ਦੀ ਮੈਨੂੰ ਧੂੜ ਦਿਓ। ਹਮ ਪਾਪੀ ਵੀ ਗਤ ਪਾਏ। ਗੁਰਸਿੱਖਾਂ ਦੀ ਧੂੜ ਦਾ ਮਤਲਬ ਨਹੀਂ ਹੁੰਦਾ ਕਿਤੇ ਕੋਈ ਢੇਰ ਸਾਰੇ ਬੰਦੇ ਬੈਠੇ ਹੋਏ ਨੇ, ਉਹਨਾਂ ਨੇ ਪੱਗ ਬੰਨੀ ਹੋਈ ਹੈ ਔਰ ਅਸੀਂ ਉਹਨਾਂ ਨੂੰ ਗੁਰਸਿੱਖ ਕਹਿ ਰਹੇ ਅਤੇ ਉਹਨਾਂ ਦੇ ਪੈਰਾਂ ਦੀ ਧੂੜ ਦੇ ਦਿਓ। ਨੋ, ਗੁਰੂ ਦੀ ਸਿੱਖਿਆਵਾਂ ਦਾ ਮੈਨੂੰ ਤੱਤ ਗਿਆਨ ਸਮਝਾਓ ਤਾਂ ਕਿ ਮੈਂ ਉਸ ਸੈਂਸ ਨੂੰ ਲੈ ਕੇ, ਉਸ ਫਰੈਗਰੈਂਸ ਨੂੰ ਲੈ ਕੇ ਉਹਨੂੰ ਸਿਰ ਮੱਥੇ ਮੰਨ ਸਕਾਂ। ਉਹਨੂੰ ਕਹਿੰਦੇ ਨੇ ਜੋ ਦੀਸੈ ਗੁਰ ਸਿੱਖੜਾ। ਸਿੱਖੜਾ ਡਜ਼ ਨੋਟ ਮੀਨ ਕੋਈ ਪਰਸਨ। ਸਿੱਖੜਾ ਮੀਨਸ ਜੋ ਈਚ ਐਂਡ ਸਿੰਗਲ ਚੰਗਾ ਚੰਗਾ ਆਈਡੀਅਲ ਗੁਰੂ ਮੈਨੂੰ ਸਿੱਖਿਆ ਦਿੰਦਾ ਹੈ। जो दिशा गुरसिखड़ा तिस नीव नीव लागू पाए जियो। मैं झुक के उसको नम्रता से मानने को तैयार हूँ, क्योंकि मेरे को उसका एसेंस समझ आ गया कि इसमें बेनिफिट ही बेनिफिट है। इसमें खुशबू निकलती है, इसमें फ्रेगरेंस निकलती है, इसमें तपश खत्म हो जाती है, इसमें चैन आता है और मैं सूरमा बनना चाहता हूँ। जन की धूड़ देव कृपानी नानक है सुखी, सदीवी सुखी हो जाते हैं। ਮਨ ਡੱਕੇ ਡੋਲੇ ਖਾਣ ਤੋਂ ਬਚ ਜਾਂਦਾ। ਇਹਨੂੰ ਕਹਿੰਦੇ ਨੇ ਠਾਕੁਰ।